ਕੀ ਕਾਰਨ ਹੈ ਤੁਸੀਂ ਉਸ ਇਕੱਠ ਦੇ ਵਿੱਚ ਨਹੀਂ ਗਏ? ਸਾਡੀ ਗਿਣਤੀ ਕਿੰਨਾ ਚ ਹੋਊਗੀ ਜੇ ਅਸੀਂ ਉਹਦੇ ਅੱਗੇ ਜਾ ਕੇ ਬੈਠ ਗਏ ਤੇ? ਯਾਨੀ ਕਿ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਤੋਂ ਤਕਲੀਫ ਹੈ। ਬਿਲਕੁਲ ਤਕਲੀਫ ਹੈ, ਉਹਦੇ ਪਿਓ ਦੀ ਮੌਜੂਦਗੀ ਤੋਂ ਤਕਲੀਫ ਹੈ, ਉਹਦੇ ਪ੍ਰਧਾਨ ਦੀ ਮੌਜੂਦਗੀ ਤੋਂ ਤਕਲੀਫ ਹੈ। ਤੇ ਜੇ ਇਹ ਤਿੰਨ ਨਾਮ ਨਾ ਹੋਣ, ਸੁਖਬੀਰ ਬਾਦਲ, ਐਸਜੀਪੀਸੀ ਪ੍ਰਧਾਨ ਜਾਂ ਪ੍ਰਕਾਸ਼ ਸਿੰਘ ਬਾਦਲ, ਫਿਰ ਤੁਸੀਂ ਹਮਾਇਤ ਦੇਣ ਨੂੰ ਤਿਆਰ ਹੋ? ਫਿਰ ਹੱਦ ਹੋ ਗਈ ਜੀ। ਇਹਨੇ ਆਪਣੇ ਰਾਜ ਦੇ ਵਿੱਚ ਪਿੰਕੀ ਕੈਟ ਜਿਹੜਾ ਆਪਣੀ ਬਹਾਦਰੀ ਦੇ ਕਿੱਸੇ ਟੀਵੀ ਤੇ ਦੱਸਦਾ, ਉਹਨੂੰ ਉਮਰ ਕੈਦ ਦੀ ਸਜ਼ਾ ਹੋਈ, ਉਹਨੂੰ ਪ੍ਰਕਾਸ਼ ਸਿੰਘ ਬਾਦਲ ਦੀ ਕਲਮ ਦੇ ਨਾਲ ਛੱਡਿਆ ਗਿਆ। ਇਸ ਤਰ੍ਹਾਂ ਦਾ ਸ਼ੋਰ ਸ਼ਰਾਬਾ, ਉਹਦੇ ਨਾਲ ਨੁਕਸਾਨ ਤੇ ਬਹੁਤ ਹੋ ਸਕਦਾ, ਫਾਇਦਾ ਕਦੇ ਨਹੀਂ ਹੁੰਦਾ। 3 ਬੰਦੀ ਸਿੰਘ ਸੀ ਜਿਨ੍ਹਾਂ ਦੀ ਰਿਹਾਈ ਇਮੀਡੀਏਟਲੀ ਹੋ ਜਾਣੀ ਸੀ ਇਹਨਾਂ ਦਿਨਾਂ 'ਚ। ਕਿਹੜੇ ਇਹ ਨਹੀਂ ਮੈਂ ਦੱਸ ਸਕਦਾ। ਇਹੋ ਜਿਹਾ ਹੁਕਮ ਪਿਛਲੇ ਸਮੇਂ 'ਚ ਵੀ ਦਿੱਤਾ ਗਿਆ ਸੀ, ਪਰ ਇੱਥੇ ਕੇਂਦਰ ਦੀ ਨੀਅਤ ਤੇ ਸ਼ੱਕ ਹੁੰਦਾ ਕਿ ਕਿਸ ਤਰ੍ਹਾਂ ਦਾ, ਕਦੋਂ ਦਿੱਤਾ? ਅਲਟੀਮੇਟਮ ਦਿੱਤਾ ਗਿਆ ਸੀਗਾ ਕੁਝ ਮਹੀਨੇ ਪਹਿਲਾਂ ਕਿ ਛੇਤੀ ਫੈਸਲਾ ਕਰੋ ਕੱਲੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤੇ, ਪਰ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ। ਸੂਬਾ ਸਰਕਾਰ ਦੇ ਹੱਥ ਵਿੱਚ ਕਿੰਨਾ ਕੁ ਕੰਟਰੋਲ ਹੈ ਇਸ ਮੁੱਦੇ ਨੂੰ ਹੱਲ ਕਰਨ ਦਾ? ਮੁਕੰਮਲ ਕੰਟਰੋਲ ਹੁੰਦਾ ਹੈ। ਉਹਨਾਂ ਦੀ ਇੱਥੇ ਫਾਈਲ ਆਉਂਦੀ ਸੀ ਡੀਸੀ ਕੋਲ, ਤੇ ਇਹ ਸਰਕਾਰ ਲਿਖ ਕੇ ਭੇਜਦੀ ਜੀ ਇਹਨਾਂ ਦੇ ਆਉਣ ਨਾਲ ਇੱਥੇ ਅੱਗ ਲੱਗ ਜਾਊਗੀ। ਉਹਨਾਂ ਨੂੰ ਇੱਥੇ ਐਂਟਰ ਨਹੀਂ ਹੋਣ ਦਿੱਤਾ ਗਿਆ। ਸੰਗਰੂਰ ਜੇਲ੍ਹ ਚੋਂ 4 ਬੰਦੇ ਛੁੱਟੇ ਯੂਪੀ ਦੇ, ਤੇ ਕਲਮ ਚੱਲੀ ਡਿਪਟੀ ਸੀਐਮ ਸੁਖਬੀਰ ਬਾਦਲ ਦੀ। ਅੱਜ ਉਹ ਦੁਬਾਰਾ ਪੰਥਕ ਬਣਨ ਲਈ ਸਾਨੂੰ ਬੇਵਕੂਫ ਬਣਾ ਰਹੇ ਨੇ। ਕਲਗੀ ਸਾਨੂੰ ਲੱਗੇ ਕਿ ਅਸੀਂ ਛੁਡਾਏ ਆ। ਤੁਹਾਨੂੰ ਪੀਐਸਜੀਪੀਸੀ ਵੱਲੋਂ ਚਿੱਠੀ ਆਈ? ਦੇਖੋ ਜੀ, ਮੈਂ ਇਹਨਾਂ ਨੂੰ ਆਪਣਾ ਪੰਥ ਨਹੀਂ ਸਮਝਦਾ, ਹੋ ਸਕਦਾ ਇਹਨਾਂ ਨੇ ਮੈਨੂੰ ਪੰਥਕ ਨਾ ਸਮਝਿਆ। ਮੇਰੇ ਕੋਲ ਕੋਈ ਚਿੱਠੀ ਨਹੀਂ ਆਈ। ਕਿ ਬਾਦਲ ਪਰਿਵਾਰ ਅੱਜ ਝੁੱਕ ਕੇ ਪੰਥ ਦੇ ਮੂਹਰੇ ਝੋਲੀ ਅੱਡ ਕੇ ਖੜਾ ਹੋ ਜਾਵੇ ਕਿ ਸਾਡੇ ਤੋਂ ਇਹ ਗਲਤੀਆਂ ਹੋ ਗਈਆਂ, ਫਿਰ ਮਾਫੀ ਮਿਲ ਸਕਦੀ ਹੈ। ਲੇਕਿਨ ਇਹ ਨਹੀਂ ਹੋ ਸਕਦਾ ਵੀ ਨਹੀਂ ਤੂੰ ਬਹੁਤ ਸੱਚਾ ਪੁੱਤਰ ਆ ਤੇ ਧਰਮ ਪੁੱਤਰ ਆ ਤੇ ਜਾ ਤੈਨੂੰ ਮਾਫੀ। ਜੀ, ਇਹ ਨਹੀਂ ਹੋ ਸਕਦਾ। ਇੱਕ ਦਿਨ ਪਹਿਲਾਂ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੇ ਮਾਮਲੇ ਦੇ ਦੋਸ਼ੀ ਪਿਰਾਰੀਵਾਲ ਨੂੰ ਰਿਹਾ ਕਰਨ ਦਾ ਹੁਕਮ ਸੁਣਾ ਦਿੱਤਾ ਹੈ। ਦੂਸਰੇ ਪਾਸੇ ਜੇ ਗੱਲ ਕਰ ਲਈਏ ਤਾਂ ਪੂਰੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਸਿੱਖ ਬੰਦੀ ਕਈ ਸਾਲਾਂ ਤੋਂ ਸਜ਼ਾਵਾਂ ਕੱਟ ਰਹੇ ਨੇ, ਆਪਣੀ ਸਜ਼ਾ ਤੋਂ ਵੱਧ ਸਜ਼ਾਵਾਂ ਵੀ ਕੱਟ ਰਹੇ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ, ਜਾਂ ਕਹਿ ਸਕਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਾਇਆ ਅਕਾਲ ਤਖਤ ਸਾਹਿਬ ਅਤੇ ਐਸਜੀਪੀਸੀ ਇੱਕ ਕਮੇਟੀ ਬਣਾਈ ਗਈ ਹੈ। ਉਸ ਕਮੇਟੀ ਦੀ ਮੀਟਿੰਗ ਹੋਈ ਹੈ, ਪਹਿਲੀ ਮੀਟਿੰਗ ਹੋਈ ਹੈ। ਇਹ ਕਮੇਟੀ ਬਣਾਈ ਗਈ ਸੀ, ਐਸਜੀਪੀਸੀ ਨੇ ਸਿੱਖ ਜਥੇਬੰਦੀਆਂ ਨੂੰ ਬੁਲਾਇਆ ਸੀ। ਬਹੁਤ ਸਾਰੇ ਸਿੱਖ ਲੀਡਰ ਨੇ ਜਿਹੜੇ ਉਸ ਇਕੱਠ ਦੇ ਵਿੱਚ ਨਹੀਂ ਪਹੁੰਚੇ ਸੀ। ਉਹਨਾਂ ਦੇ ਵਿੱਚੋਂ ਇੱਕ ਨਾਮ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਭਾਈ ਰਣਜੀਤ ਸਿੰਘ ਦਾ। ਜਥੇਦਾਰ ਸਾਹਿਬ ਸਾਡੇ ਨਾਲ ਨੇ। ਜਥੇਦਾਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ। ਫਤਿਹ। ਸੋ ਜਥੇਦਾਰ ਸਾਹਿਬ, ਕੀ ਕਾਰਨ ਹੈ ਤੁਸੀਂ ਉਸ ਇਕੱਠ ਦੇ ਵਿੱਚ ਨਹੀਂ ਗਏ? ਇੱਕ ਕਾਰਨ ਤੇ ਆ ਕਿ ਲਗਾਤਾਰ ਮੈਂ ਦੇਖ ਰਿਹਾ, ਲਗਾਤਾਰ 78 ਤੋਂ ਲੈ ਕੇ ਜਿਹੜੀ ਲੀਡਰਸ਼ਿਪ, ਜਿਹੜਾ ਲੀਡਰ ਸਾਡਾ ਨੁਕਸਾਨ ਪਹੁੰਚਾ ਰਿਹਾ, ਸੀਰੀਅਲ ਬਾਈ ਸੀਰੀਅਲ ਬਾਅਦ ਤੁਰਿਆ ਜਾ ਰਿਹਾ। ਜਦੋਂ ਵੀ ਸਾਡਾ ਨੁਕਸਾਨ ਹੋਇਆ ਇਸ ਲੀਡਰ ਦੀ ਕਿਰਪਾ ਨਾਲ, ਇਹਦੀ ਸਰਕਾਰ 'ਚ ਹੋਇਆ ਜੀ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੀ ਜਿੰਨੀ ਵੀ ਬੇਹਰਮਤੀ ਹੋਈ, ਜਿੰਨਾ ਵੀ ਨੁਕਸਾਨ ਹੋਇਆ, 17 ਦਫਾ ਕਦੀ ਭਨਿਆਰਾਂ ਵਾਲੇ ਨੇ ਪਾੜਿਆ, ਸਾੜਵਾਇਆ, ਉਸ ਭਨਿਆਰਾਂ ਵਾਲੇ ਨੇ ਨੂੰ ਇਸਨੇ ਸਿਕਿਉਰਿਟੀ ਦਿੱਤੀ, 2 ਜਿਪਸੀਆਂ ਦਿੱਤੀਆਂ, ਤੇਲ ਸਰਕਾਰ ਪਾਉਂਦੀ ਰਹੀ। ਉਸ ਭਨਿਆਰਾਂ ਵਾਲੇ ਨੂੰ ਜੰਗਲਾਤ ਦੀ ਜ਼ਮੀਨ ਤੇ ਕਬਜ਼ਾ ਕਰਵਾਇਆ, ਉਹਦੇ 2 ਪੱਠੇ ਨਜਾਇਜ਼ ਚੱਲਦੇ ਰਹੇ, ਉਹਨੂੰ ਸੁਰੱਖਿਆ ਦਿੱਤੀ। ਤੋਂ ਲਗਾਤਾਰ ਅਸੀਂ ਦੇਖ ਰਹੇ ਕਿ ਇੱਕ ਬੰਦਾ ਜਿਹੜਾ ਬਰਗਾੜੀ ਦਾ ਦੇਖ ਲਓ ਤੁਸੀਂ, ਗੁਰੂ ਗ੍ਰੰਥ ਸਾਹਿਬ ਦੀ ਤੋਹੀਨ ਕਰਨ ਵਾਲਾ, ਲਲਕਾਰ ਕੇ ਉਹ ਇਹਦੀ ਸ਼ਰਨ 'ਚ ਆਇਆ ਤੇ ਪਲਿਆ। 3 ਸਾਲ ਉਹਦਾ ਵਾਲ ਵਿੰਗਾ ਨਹੀਂ ਹੋਇਆ। ਉਹਦੇ ਬਾਅਦ ਜਿਹੜੇ ਬੱਚਿਆਂ ਨੂੰ ਪੁਲਿਸ ਨੇ ਮਾਰਿਆ ਤੇ ਉਸ ਪੁਲਿਸ ਅਫਸਰਾਂ ਨੂੰ ਇਹਨੇ ਅੱਜ ਤੱਕ ਬਚਾਇਆ, ਆਪਣੀ ਬੁੱਕਲ 'ਚ ਲੈ ਕੇ ਬਚਾਇਆ। ਔਰ ਕਦੀ ਵੀ ਕਮਿਸ਼ਨ ਰਿਕਾਰਡ ਮੰਗਦਾ ਤੇ ਕਹਿੰਦੇ ਨਹੀਂ ਇਹ ਜੀ ਅਸੀਂ ਅਦਾਲਤ ਅੱਗੇ ਨਹੀਂ ਪੇਸ਼ ਹੁੰਦੇ, ਅਸੀਂ ਅੱਗੇ ਮਤੇ ਪਾਸ ਕਰ ਲੈਂਦੇ ਨੇ ਕਮੇਟੀ 'ਚ। ਜੀ, ਗੁਰੂ ਘਰ ਦੀ ਗੱਲ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਜ਼ਮਤ ਦਾ ਸਵਾਲ ਆ। ਤੇ ਕਮਿਸ਼ਨ ਜਿਹੜੇ ਇਹਨਾਂ ਵੀ ਬਣਾਏ ਜੋਰਾ ਸਿੰਘ ਦੇ, ਉਹ ਕਮਿਸ਼ਨ ਅਗਰ ਬਣਿਆ ਹੈ ਤੇ ਉਹਨੂੰ ਤੁਸੀਂ ਸਹਿਯੋਗ ਦੇਣ ਦੀ ਬਜਾਏ ਉਲਟਾ ਉਹਦੇ ਖਿਲਾਫ ਅੱਗੇ ਖੜੋ। ਤੇ ਉਸ ਬੰਦੇ ਦੀ ਅੱਜ ਆਵਾਜ਼ ਆਵੇ ਜਦੋਂ ਉਹਦੇ ਪੱਲੇ ਫੱਕਾ ਨਹੀਂ ਰਿਹਾ, ਜਦੋਂ ਉਹਨੂੰ ਉਹਦੇ ਭਾਂਡੇ ਮੁੱਧੇ ਕਰ ਦਿੱਤੇ ਉੱਥੋਂ ਦੀਆਂ ਸੰਗਤਾਂ ਨੇ। ਜੀ ਜੀ,
ਉਦੋਂ ਅੱਜ ਸਾਨੂੰ ਆਵਾਜ਼ ਮਾਰੇ ਤੇ ਸਾਡੀ ਗਿਣਤੀ ਕਿੰਨਾ ਚ ਹੋਊਗੀ ਜੇ ਅਸੀਂ ਉਹਦੇ ਅੱਗੇ ਜਾ ਕੇ ਬਹਿ ਜਾਈਏ ਤੇ। ਯਾਨੀ ਕਿ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਤੋਂ ਤਕਲੀਫ ਹੈ। ਬਿਲਕੁਲ ਤਕਲੀਫ ਹੈ, ਉਹਦੇ ਪਿਓ ਦੀ ਮੌਜੂਦਗੀ ਤੋਂ ਤਕਲੀਫ ਹੈ, ਉਹਦੇ ਪ੍ਰਧਾਨ ਦੀ ਮੌਜੂਦਗੀ ਤੋਂ ਤਕਲੀਫ ਹੈ, ਜਿਹੜਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੈ। ਠੀਕ ਹੈ। ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ 328 ਸਰੂਪਾਂ ਦੀ ਕਮੇਟੀ ਦਾ ਇੰਚਾਰਜ ਚੇਅਰਮੈਨ ਆਖੇ ਜੀ ਅਸੀਂ ਸਜ਼ਾਵਾਂ ਦੇਵਾਂਗੇ, ਦਿੱਤੀਆਂ, ਵਾਪਸ ਲੈ ਲਈਆਂ। ਆਖੇ ਜੀ ਅਸੀਂ 8 ਲੱਖ ਰੁਪਈਆ ਤਨਖਾਹ ਲੈਣ ਵਾਲੇ ਕੋਹਲੀ ਦਾ 70% ਵਾਪਸ ਲਵਾਂਗੇ ਜੀ। ਉਹ ਕੋਹਲੀ ਵੀ ਉੱਥੇ ਤੇ ਤਨਖਾਹਾਂ ਵੀ ਉੱਥੇ ਤੇ ਪੈਸਾ ਵੀ ਉੱਥੇ ਲੈ ਲਿਆ। ਇਹ ਜਿਹੜਾ ਚੇਅਰਮੈਨ ਆ, ਇਹ ਅੱਜ ਸਾਨੂੰ ਇਹ ਦੱਸ ਪਾਊਗਾ ਕਿ ਜਿਹੜੀ ਪ੍ਰਬੰਧਕ ਕਮੇਟੀ ਵੱਲੋਂ ਸਿਲੈਕਟ ਕੀਤਾ, ਨਿਯੁਕਤ ਕੀਤਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਆ, ਉਹ ਤੇ ਸਾਡੇ ਸਿੱਖ ਬੱਚਿਆਂ ਦੇ ਖਿਲਾਫ CBI ਦਾ ਵਕੀਲ ਆ। ਇਹ ਕਿਹਦੀ ਮਦਦ ਕਰਨੀ ਚਾਹੁੰਦੇ ਆ? ਇਹ ਕਿਹਨੂੰ ਬੁਲਾਉਂਦਾ, ਕਿਹਨੂੰ ਬੇਵਕੂਫ ਬਣਾਉਂਦੇ ਆ? ਪਰ ਦੂਸਰੇ ਪਾਸੇ ਸਿੰਘ ਸਾਹਿਬ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਦੇਰ ਆਏ ਦੁਰਸਤ ਆਏ, ਹੋ ਸਕਦਾ ਹੈ ਕਿ ਦਿਲੋਂ ਇਹ ਕਰਨਾ ਚਾਹੁੰਦੇ ਹੋਣ ਬੰਦੀ ਸਿੰਘਾਂ ਦੀ ਰਿਹਾਈ ਦਾ ਜੇ ਮਸਲਾ ਹੈ ਤਾਂ ਉਹ ਤੇ ਇਕੱਠੇ ਹੋ ਜਾਣਾ ਚਾਹੀਦਾ, ਇਹੋ ਜਿਹਾ ਤਰਕ ਵੀ ਆਉਂਦਾ। ਨਹੀਂ, ਇਹ ਉਹਨਾਂ ਦੇ ਹੀ ਬੰਦੇ ਨੇ ਜਿਹੜੇ ਕਹਿ ਰਹੇ ਨੇ, ਪਰ ਸਾਨੂੰ ਅਸੀਂ ਕਿੰਨਾ ਚ ਹੋਵਾਂਗੇ ਜੇ ਅੱਜ ਅਸੀਂ ਉਹਨਾਂ ਦੇ ਅੱਗੇ ਜਾ ਕੇ ਬਹਿ ਜਾਈਏ? ਜਿਨ੍ਹਾਂ ਦੇ ਕੋਲੋਂ ਅਸੀਂ ਉਮੀਦ ਨਹੀਂ ਰੱਖ ਸਕਦੇ, ਜਿਨ੍ਹਾਂ ਦੀ ਅੱਜ ਕੋਈ ਗੱਲ ਸੁਣੀ ਨਹੀਂ ਜਾਂਦੀ, ਉਹਨਾਂ ਦੇ ਅੱਗੇ ਕਿਵੇਂ ਬਹਿ ਜਾਈਏ ਅਸੀਂ? ਤੇ ਜੇ ਇਹ ਤਿੰਨ ਨਾਮ ਨਾ ਹੋਣ, ਸੁਖਬੀਰ ਬਾਦਲ SGPC ਪ੍ਰਧਾਨ ਜਾਂ ਪ੍ਰਕਾਸ਼ ਸਿੰਘ ਬਾਦਲ, ਫਿਰ ਤੁਸੀਂ ਹਮਾਇਤ ਦੇਣ ਨੂੰ ਤਿਆਰ ਹੋ? ਫਿਰ ਹੱਦ ਹੋ ਗਈ ਜੀ। ਫਿਰ ਤੇ ਸਾਰੀ ਕੌਮ, ਅਸੀਂ ਘਰ ਘਰ ਪਿੰਡ ਰੌਲਾ ਪਾਉਣ ਡਏ ਕਿ ਸਾਡੇ ਨਾਲ ਧੱਕਾ ਹੋ ਰਿਹਾ, ਸਾਡੀ ਸਟੇਟ ਦੇ ਨਾਗਰਿਕ ਨਾਲ ਧੱਕਾ ਹੋ ਰਿਹਾ, ਜੇਲ੍ਹਾਂ 'ਚ ਪੂਰੀ ਕਰ ਚੁੱਕੇ ਨੇ ਆਪਣੀ ਸਜ਼ਾ, ਉਹਨਾਂ ਨੂੰ ਛੱਡਿਆ ਕੋਲ। ਇਹ ਤੇ ਅਸੀਂ ਰੋਜ਼ ਸਟੇਜਾਂ ਤੇ ਰੌਲਾ ਪਾਉਂਦੇ। ਸਾਡੇ ਕੋਲ ਕੋਈ ਸੰਸਥਾ ਹੈ ਨਹੀਂ ਜੀ। ਸੰਸਥਾ ਤੇ ਉਹਨਾਂ ਕੋਲ ਆ ਨਾ, ਅਕਾਲ ਤਖਤ ਤੇ ਉਹਨਾਂ ਨੇ ਗ੍ਰਿਫਤਾਰ ਰੱਖੀ ਆ, ਆਪਣੀ ਕਮੇਟੀ 'ਚ ਉਹਨਾਂ ਦੀ ਆ, ਅਕਾਲੀ ਦਲ ਉਹਨਾਂ ਦਾ। ਅੱਜ ਉਹਨਾਂ ਕੋਲ ਉਸ ਪਲੇਟਫਾਰਮ ਤੋਂ ਗੱਲ ਕਰਨ ਦੀ ਤਾਕਤ ਨਹੀਂ ਤੇ ਉਹ ਘਰ ਬੈਠਣ ਜੀ, ਇਹ ਪੰਥ ਦੇ ਹਵਾਲੇ ਕਰਨ। ਅਸੀਂ ਜਿਹੜੀ ਗੱਲ ਕਰ ਸਕਦੇ ਕਿਸੇ ਪਲੇਟਫਾਰਮ ਤੋਂ ਕਰ ਸਕਦੇ ਤਾਂ ਸਾਡੀ ਸੁਣੀ ਜਾਂਦੀ ਹੈ। ਤੇ ਸਿੰਘ ਸਾਹਿਬ, ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਜਿਹੜਾ ਹੈਗਾ, ਉਸ ਤੇ ਜੋ ਕੁਝ ਚੱਲ ਰਿਹਾ ਹੈ ਕੇਂਦਰ ਸਰਕਾਰ ਦੇ ਹੱਥ ਦੇ ਵਿੱਚ ਹੈ, ਸੂਬਾ ਸਰਕਾਰਾਂ ਤੇ ਸਿੱਟ ਦਿੱਤਾ ਜਾਂਦਾ ਹੈ, ਕਦੇ ਕੁਝ ਹੋ ਜਾਂਦਾ ਹੈ, ਹੱਲ ਕਿਵੇਂ ਹੋਊਗਾ, ਰਿਹਾਈ ਕਿਵੇਂ ਹੋਊ? ਦੇਖੋ, ਅੱਗੇ ਵੀ ਅਸੀਂ ਦੇਖਿਆ, ਅਸੀਂ ਬਾਤ ਕਰ ਰਹੇ ਹਾਂ, ਸਾਡੇ ਵੀ ਅਸੀਂ ਵੀ ਕੇਸ ਨਜਿੱਠੇ ਆ। ਇਹ ਜਿਹੜਾ ਇਸ ਤਰ੍ਹਾਂ ਦਾ ਸ਼ੋਰ ਸ਼ਰਾਬਾ, ਉਹਦੇ ਨਾਲ ਨੁਕਸਾਨ ਤੇ ਬਹੁਤ ਹੋ ਸਕਦਾ, ਫਾਇਦਾ ਕਦੇ ਨਹੀਂ ਹੁੰਦਾ। ਠੀਕ ਹੈ। ਸਾਡੀ ਆਪਸੀ ਤੇ ਤਾਕਤ ਹੈ ਨਹੀਂ ਕੋਈ। ਅਸੀਂ ਇੱਕ ਦੁਨੀਆ ਨੂੰ ਦਿਖਾਉਣ ਲਈ, ਦੁਨੀਆ ਨੂੰ ਭੁਲੇਖੇ 'ਚ ਪਾ ਕੇ ਫਿਰ ਆਪਣਾ ਤਾਕਤ ਆਪਣੀ ਬਣਾਉਣੀ ਚਾਹੁੰਦੇ, ਆਪਣੀ ਸਰਕਾਰ ਲੈਣੀ ਚਾਹੁੰਦੇ। ਇਹਨਾਂ ਬੰਦੀ ਸਿੰਘਾਂ ਦਾ ਸਿਰਫ ਨਾਮ ਹੈ, ਇਹਨਾਂ ਦਾ ਬਹਾਨਾ ਹੈ। ਥੋੜੇ ਦਿਨ ਪਹਿਲਾਂ ਸੁਪਰੀਮ ਕੋਰਟ ਨੇ 2 ਮਹੀਨਿਆਂ ਦੀ ਟਾਈਮ ਬਾਉਂਡ ਕਰਕੇ ਸਰਕਾਰ ਨੂੰ ਵਾਰਨਿੰਗ ਦੇ ਕੇ ਇਹਨਾਂ ਬੰਦੀ ਸਿੰਘਾਂ ਲਈ ਕਿਹਾ ਕਿ ਇਹਨਾਂ ਦੇ ਫੈਸਲਾ ਕਰੋ ਜੀ। ਇਹ ਅੱਜ ਜਾਗੇ ਜਦੋਂ ਕੋਰਟ ਨੇ ਕਹਿਤਾ। ਔਰ ਮੇਰੀ ਜਾਣਕਾਰੀ ਮੁਤਾਬਕ ਜਦੋਂ ਕੋਰਟ ਇਸ ਤਰ੍ਹਾਂ ਦਾ ਪੇਨ ਲੈ ਲਵੇ ਤੇ ਉਦੋਂ ਸਾਨੂੰ ਇਸ ਤਰ੍ਹਾਂ ਦੀਆਂ ਡਰਾਮੇਬਾਜ਼ੀਆਂ, ਹੁਜਬਾਤੀਆਂ ਨਹੀਂ ਕਰਨੀਆਂ ਚਾਹੀਦੀਆਂ ਜੀ। ਮੇਰੀ ਜਾਣਕਾਰੀ ਮੁਤਾਬਕ ਇਹ ਤਿੰਨ ਬੰਦੀ ਸਿੰਘ ਸੀ ਜਿਨ੍ਹਾਂ ਦੀ ਰਿਹਾਈ ਇਮੀਡੀਏਟਲੀ ਹੋ ਜਾਣੀ ਸੀ ਇਹਨਾਂ ਦਿਨਾਂ 'ਚ। ਕਿਹੜੇ ਇਹ ਨਹੀਂ ਮੈਂ ਦੱਸ ਸਕਦਾ ਜੀ। ਇਹ ਹੋ ਸਕਦਾ ਹੁਣ ਉਹ ਰੁਕ ਜਾਵੇ। ਅੱਛਾ, ਇਹਦੇ ਨਾਲ ਮਾੜਾ ਅਸਰ ਕਿਉਂ ਪਊਗਾ? ਮਾੜਾ ਅਸਰ ਪਊਗਾ, ਬਿਲਕੁਲ ਪਊਗਾ, ਕਿਉਂਕਿ ਇਹ ਪੋਲੀਟੀਕਲ ਸਾਰੇ ਇਹਦੇ ਸਮੀਕਰਨ ਹੁੰਦੇ ਨੇ। ਪੋਲੀਟੀਕਲ ਪਾਰਟੀਆਂ ਨੇ ਆਪਣੇ ਆਪਣੇ ਬਚਾਵ ਲਈ, ਆਪਣੇ ਆਪਣੇ ਫਾਇਦੇ ਲਈ, ਆਪਣੇ ਆਪਣੇ ਨਫੇ ਨੁਕਸਾਨ ਲਈ ਸੋਚਣਾ ਹੁੰਦਾ ਜੀ। ਇੱਕ ਕਿਸਾਨ ਅੰਦੋਲਨ ਹੋਇਆ, ਬੜਾ ਸਫਲ ਅੰਦੋਲਨ ਸੀ। ਉਸ ਅੰਦੋਲਨ ਦੇ ਵਿੱਚ ਸੈਂਟਰ ਸਰਕਾਰ ਨੇ ਕਿਸੇ ਨੂੰ ਹੀਰੋ ਬਣ ਦਿੱਤਾ? ਨਹੀਂ ਬਣ ਦਿੱਤਾ ਜੀ। ਇੱਥੇ ਬਣ ਦੇਣਗੇ ਜਦੋਂ ਤੁਹਾਨੂੰ ਪਤਾ ਹੈ ਵੀ ਤੁਹਾਡੀ ਤਾਕਤ ਹੈ ਨਹੀਂ, ਤੁਸੀਂ ਬੜਾ ਵੱਡਾ ਇੱਕ ਹੱਲਾ ਬੋਲ ਕੇ ਅਕਾਲ ਤਖਤ ਤੋਂ, ਕਮੇਟੀ ਤੋਂ ਬੜਾ ਵੱਡੀ ਮੀਟਿੰਗ ਬੁਲਾਈ ਤੇ ਆਇਆ 100 ਬੰਦਾ, ਤੁਸੀਂ ਕੀ ਕਰੋਗੇ? ਤੁਹਾਡੀ ਅੱਜ ਮੰਨੂਗਾ ਕੌਣ? ਯਾਨੀ ਕਿ ਪੋਲੀਟੀਕਲੀ ਮੋਟੀਵੇਟਡ ਤੁਸੀਂ ਕਹਿ ਰਹੇ ਹੋ। ਤੇ ਪੋਲੀਟੀਕਲ ਪਾਰਟੀ ਤਾਂ ਸਿਰਫ ਪੋਲੀਟੀਕਲ ਪਾਰਟੀ ਜਿਹੜੀ ਆ, ਉਹ ਇਹ ਦੂਸਰੀਆਂ ਵੀ ਜਿਹਨਾਂ ਛੱਡਣਾ ਉਹ ਵੀ ਪੋਲੀਟੀਕਲ ਨੇ। ਅੱਜ ਇਹਨਾਂ ਨੇ ਕਿਹਾ ਸੀ ਗਵਰਨਰ ਨੂੰ ਵੋਟ ਦੇਵਾਂਗੇ, ਮੈਮੋਰੈਂਡਮ ਦੇਵਾਂਗੇ। ਤੁਸੀਂ 27 ਸਟੇਟਾਂ ਦੇ ਗਵਰਨਰ ਨੂੰ ਜੋ ਦੇਣ ਜਾ ਰਹੇ ਹੋ ਮੈਮੋਰੈਂਡਮ, ਤੇ ਉਹਨਾਂ ਦਾ ਪਿਓ ਬੈਠਾ ਰਾਸ਼ਟਰਪਤੀ, ਉਹਨੂੰ ਇਕੱਲੇ ਨੂੰ ਦੇ ਦਿਓ ਜੀ। ਉਹਨਾਂ ਨੂੰ ਵੀ, ਪ੍ਰਧਾਨ ਮੰਤਰੀ ਨੂੰ ਵੀ। ਕਿਉਂ ਇਹੋ ਜਿਹੀਆਂ ਸਮਝਬਾਜ਼ ਦਿਖਾ ਰਹੇ ਤੁਸੀਂ? ਦੂਸਰੀ ਗੱਲ ਆ ਕਿ ਇਹ ਜਿਹੜਾ ਇਹ ਸਿਸਟਮ ਆ, ਇਸ ਸਿਸਟਮ ਦੇ ਵਿੱਚ ਦੇਖੋ, ਪਹਿਲਾਂ ਵੀ ਜਿਹੜਾ ਭੁੱਲਰ ਸਾਹਿਬ ਦੀ ਫਾਂਸੀ ਦੀ ਸਜ਼ਾ ਖਤਮ ਹੋਈ ਜੀ, ਉਹ ਚੀਫ ਜਸਟਿਸ ਨੇ ਕੀਤੀ ਬਿਨਾਂ ਕਿਸੇ ਦੇ
ਭੈ ਤੋਂ ਬਿਨਾਂ ਕਿਸੇ ਦੀ ਅਪਰੋਚ ਤੋਂ ਕੀਤੀ ਜੀ। ਉਹਦੇ ਵਿੱਚ ਰਾਸ਼ਟਰਪਤੀ ਉਦੋਂ ਜਿਹੜਾ ਸੀਗਾ ਚੀਫ ਜਸਟਿਸ, ਉਦੋਂ ਰਾਜੀਵ ਗਾਂਧੀ ਦੇ ਕਾਤਲਾਂ ਦੀ ਫਾਂਸੀ ਦੀ ਸਜ਼ਾ ਵੀ ਉਹਨੇ ਰੱਦ ਕੀਤੀ ਜੀ। ਅੱਜ ਅਗਰ ਸੁਪਰੀਮ ਕੋਰਟ ਨੇ ਪੇਨ ਲੈ ਕੇ ਇੱਕ ਟਾਈਮ ਬਾਉਂਡ ਕੀਤਾ ਕਿ 2 ਮਹੀਨਿਆਂ ਦੇ ਵਿੱਚ ਸਰਕਾਰ ਇਹਨਾਂ ਦਾ ਕੁਝ ਕਰੇ, ਨਹੀਂ ਤੇ ਅਸੀਂ ਕਰਾਂਗੇ, ਉਹ ਹੋ ਲੈਣ ਦੇਣਾ ਚਾਹੀਦਾ। ਜੀ ਜੀ। ਉਹਦੇ ਵਿੱਚ ਤੁਸੀਂ ਜਦੋਂ ਇਹ ਕਹੋ ਵੀ ਇਹਦਾ ਸਿਹਰਾ ਸਾਡੇ ਸਿਰ ਤੇ ਵੱਜੇ, ਕਲਗੀ ਸਾਨੂੰ ਲੱਗੇ ਵੀ ਅਸੀਂ ਛੁਡਾਏ ਆ, ਉਹਦੇ ਵਿੱਚ ਜਿਹੜੇ ਜਿਨ੍ਹਾਂ ਦਾ ਹੋਣ ਵਾਲਾ ਸੀ ਉਹਨਾਂ ਦਾ ਨੁਕਸਾਨ ਹੋਣ ਦਾ ਮੈਨੂੰ ਡਰ ਹੈ ਜੀ, ਕਿਉਂਕਿ ਮੈਂ ਇਸ ਪੜਾਅ ਚੋਂ ਨਿਕਲਿਆ। ਪਰ ਸਿੰਘ ਸਾਹਿਬ, ਜੇ ਸੁਪਰੀਮ ਕੋਰਟ ਦੇ ਬਿਆਨਾਂ ਦੀ ਆਪਾਂ ਗੱਲ ਕਰ ਲਈਏ, ਹੁਕਮਾਂ ਦੀ, ਤਾਂ ਇਹੋ ਜਿਹਾ ਹੁਕਮ ਪਿਛਲੇ ਸਮੇਂ 'ਚ ਵੀ ਦਿੱਤਾ ਗਿਆ ਸੀ, ਪਰ ਇੱਥੇ ਕੇਂਦਰ ਦੀ ਨੀਅਤ ਤੇ ਸ਼ੱਕ ਹੁੰਦਾ ਕਿ ਕਿਸ ਤਰ੍ਹਾਂ ਦਾ, ਕਦੋਂ ਦਿੱਤਾ? ਅਲਟੀਮੇਟਮ ਦਿੱਤਾ ਗਿਆ ਸੀਗਾ ਕੁਝ ਮਹੀਨੇ ਪਹਿਲਾਂ ਕਿ ਛੇਤੀ ਫੈਸਲਾ ਕਰੋ ਕੱਲੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਤੇ, ਪਰ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ। ਹੁਣ ਲੱਗਦਾ ਵੀ 2 ਮਹੀਨੇ 'ਚ ਕੁਝ ਕਰ ਦੇਣਗੇ। ਦੇਖੋ, ਇੱਕ ਤਾਂ ਜਿਹੜਾ ਰਾਜੋਆਣੇ ਦੀ ਸਜ਼ਾ ਹੈ ਜਾਂ ਫਾਂਸੀ ਦੀ ਸਜ਼ਾ ਹੈ, ਇਹ ਕੋਰਟਾਂ ਦੇ ਵਿੱਚ ਨੇ ਕੇਸ ਸਾਰੇ ਜੀ, ਪਰ ਜਿਹੜਾ ਇਮੀਡੀਏਟਲੀ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਹਨੂੰ ਅਸੀਂ ਕਿਉਂ ਇਗਨੋਰ ਕਰੀਏ, ਅਸੀਂ ਕਿਉਂ ਉਹਨੂੰ ਨਿੰਦੀਏ? ਜੀ, ਜੇ ਉਹਨਾਂ ਨੇ ਕਿਹਾ ਸਰਕਾਰ ਨੂੰ ਕਿ 2 ਮਹੀਨਿਆਂ ਦੇ ਵਿੱਚ ਇਹਨਾਂ ਦਾ ਫੈਸਲਾ ਕਰੋ, ਨਹੀਂ ਤੇ ਅਸੀਂ ਕਰਾਂਗੇ, ਟਾਈਮ ਦਿਓ ਉਹਨਾਂ ਨੂੰ। ਪਰ ਤੁਸੀਂ ਇਹ ਦੱਸਣਾ ਚਾਹੁੰਦੇ ਹੋ ਵੀ ਅਸੀਂ ਛੁਡਵਾਇਆ, ਇਹ ਉਹਦੇ ਤੇ ਪ੍ਰਭਾਵ ਪਾ ਕੇ ਸੈਂਟਰ ਸਰਕਾਰ ਤੇ ਅਦਾਲਤ ਤੇ, ਇਹ ਗੱਲਾਂ ਨਾ ਸਰਕਾਰਾਂ ਚੱਲਣ ਨਹੀਂ ਦੇਣਗੀਆਂ। ਤੇ ਸਿੰਘ ਸਾਹਿਬ, ਤੁਸੀਂ ਇਹ ਵੀ ਸਵਾਲ ਚੁੱਕੇ ਨੇ ਕਿ ਜਦੋਂ ਬਾਦਲ ਸਰਕਾਰ ਸੀ, ਤੁਸੀਂ ਪਿਛਲੇ ਦਿਨ ਇਹ ਸਵਾਲ ਚੁੱਕੇ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਵੀਡੀਓ ਪਾ ਕੇ ਕਿ ਜਦੋਂ ਬਾਦਲਾਂ ਦਾ ਆਪਣਾ ਰਾਜ ਸੀ 10 ਸਾਲ, ਉਦੋਂ ਬੰਦੀ ਸਿੰਘ ਕਿਉਂ ਨਹੀਂ ਯਾਦ ਆਏ? ਸੂਬਾ ਸਰਕਾਰ ਦੇ ਹੱਥ ਵਿੱਚ ਕਿੰਨਾ ਕੁ ਕੰਟਰੋਲ ਹੈ ਇਸ ਮੁੱਦੇ ਨੂੰ ਹੱਲ ਕਰਨ ਦਾ? ਮੁਕੰਮਲ ਕੰਟਰੋਲ ਹੁੰਦਾ, ਖਾਸ ਕਰਕੇ ਕੋਈ ਵੀ ਕੈਦੀ ਜਿਹੜਾ ਉਹਦੀ ਉਮਰ ਕੈਦ ਪੂਰੀ ਹੋ ਜਾਵੇ, ਉਹ ਸਾਡੀ ਸਟੇਟ ਦੇ ਵਿੱਚ ਨਾ ਹੋਵੇ, ਤੇ ਇਹ ਮੁੱਖ ਮੰਤਰੀ ਜਿਹੜਾ ਇਹ ਸੈਂਟਰ ਨੂੰ ਲਿਖ ਸਕਦਾ ਹੈ ਕਿ ਮੇਰੀ ਸਟੇਟ ਦਾ ਬੱਚਾ ਹੈ, ਮੇਰੀ ਸਟੇਟ ਦਾ ਨਾਗਰਿਕ ਆ, ਇਹਦੇ ਅਸੀਂ ਵਾਰਸ ਆ, ਇਹਦੀ ਕੈਦ ਕੱਟੀ ਜਾ ਚੁੱਕੀ ਆ, ਪੂਰੀ ਹੋ ਚੁੱਕੀ ਆ, ਪਰ ਤੁਸੀਂ ਇਹ ਸਟੇਟ ਦੇ ਜਿਹੜੀ ਸਟੇਟ ਦੇ ਵਿੱਚੋਂ ਇਸ ਬੰਦੇ ਨੂੰ ਛੱਡਿਆ ਨਹੀਂ ਜਾ ਰਿਹਾ। ਠੀਕ ਹੈ, ਜੇ ਇਹਨੂੰ ਛੱਡਿਆ ਜਾਵੇ ਤੇ ਉਹਨੂੰ ਇਗਨੋਰ ਨਹੀਂ ਕਰ ਸਕਦੀ ਸਰਕਾਰ। ਠੀਕ ਹੈ, ਪਰ ਇਹਨਾਂ ਬੰਦਿਆਂ ਨੇ ਤੇ ਉਹਨਾਂ ਦੀ ਜੇਲ੍ਹ ਨਹੀਂ ਸ਼ਿਫਟ ਹੋਣ ਦਿੱਤੀ। ਹੁਣ ਜਿਹੜੇ ਬੰਦਿਆਂ ਨੇ, ਜਦੋਂ ਵੀ ਭੁੱਲਰ ਸੀਗਾ ਇਹਨੂੰ ਸਜ਼ਾ ਹੋ ਚੁੱਕੀ ਸੀ, ਗੁਰਦੀਪ ਸਿੰਘ ਖਹਿਰਾ ਨੂੰ ਹੋ ਚੁੱਕੀ, ਉਹ ਕਰਨਾਟਕਾ ਸੀਗਾ, ਇਹ ਭੱਪ ਹੁਣੀ ਸੀ ਰਾਜਸਥਾਨ ਦੇ ਵਿੱਚ ਸੀਗੇ, ਦਇਆ ਸਿੰਘ ਲਾਹੌਰੀਆ ਸੀਗਾ, ਇਹਨਾਂ ਨੂੰ ਸਜ਼ਾਵਾਂ ਹੋ ਚੁੱਕੀਆਂ ਸੀ ਜੀ। ਇਹ ਰੂਲਿੰਗ ਵੀ ਆ ਸੁਪਰੀਮ ਕੋਰਟ ਦੀ ਵੀ ਕਿਸੇ ਵੀ ਕੈਦੀ ਨੂੰ ਜਦੋਂ ਉਮਰ ਕੈਦ ਹੋ ਜਾਂਦੀ ਆ ਉਹਦਾ ਚਲਾਨ ਉਹਦੀ ਸਟੇਟ 'ਚ ਉਹਦੇ ਜਿਹੜੇ ਘਰ ਦੇ ਲਾਗੇ ਜੇਲ੍ਹ ਉਹ 'ਚ ਆ ਸਕਦਾ। ਠੀਕ ਹੈ, ਕਿਉਂਕਿ ਉਹਦੇ ਮਾਂ-ਬਾਪ ਜਿਹੜੇ ਨੇ ਉਹਦੇ ਨਾਲ ਮੁਲਾਕਾਤ ਕਰ ਸਕਣ ਸੌਖੇ ਤਰੀਕੇ। ਇਹ ਜਦੋਂ ਉਹਨਾਂ ਦੀ ਇੱਥੇ ਫਾਈਲ ਆਉਂਦੀ ਸੀ ਡੀਸੀ ਕੋਲ, ਤੇ ਇਹ ਸਰਕਾਰ ਲਿਖ ਕੇ ਭੇਜਦੀ ਜੀ ਇਹਨਾਂ ਦੇ ਆਉਣ ਨਾਲ ਇੱਥੇ ਅੱਗ ਲੱਗ ਜਾਊਗੀ, ਉਹਨਾਂ ਨੂੰ ਇੱਥੇ ਐਂਟਰ ਨਹੀਂ ਹੋਣ ਦਿੱਤਾ ਗਿਆ ਜੀ ਲੰਬਾ ਸਮਾਂ। ਤੇ ਇਹ ਅਜੇ ਕੱਲ ਦੀਆਂ ਗੱਲਾਂ ਨੇ, ਜਦੋਂ ਐਂਟਰ ਨਹੀਂ ਹੋਣ ਦਿੱਤਾ ਗਿਆ ਉਦੋਂ ਇਹਦਾ ਰਾਜ ਸੀ ਜੀ ਜੀ। ਇਹਨੇ ਆਪਣੇ ਰਾਜ ਦੇ ਵਿੱਚ ਪਿੰਕੀ ਕੈਟ ਜਿਹੜਾ ਆਪਣੀ ਬਹਾਦਰੀ ਦੇ ਕਿੱਸੇ ਟੀਵੀ ਤੇ ਦੱਸਦਾ ਹੈ, ਉਹਨੂੰ ਉਮਰ ਕੈਦ ਦੀ ਸਜ਼ਾ ਹੋਈ, ਉਹਨੂੰ ਪ੍ਰਕਾਸ਼ ਸਿੰਘ ਬਾਦਲ ਦੀ ਕਲਮ ਦੇ ਨਾਲ ਛੱਡਿਆ ਗਿਆ ਜੀ। ਉਹ ਕਿਵੇਂ ਛੁੱਟ ਗਿਆ? ਜਿਹਨੇ ਅਜੇ ਸਜ਼ਾ ਭੁਗਤੀ ਨਹੀਂ। ਫਿਰ ਇੱਕ ਯੂਪੀ ਚੋਂ ਪੁਲਿਸ ਆਈ, ਉਹਨਾਂ ਨੇ ਗਰੀਬ ਸਿੱਖ ਬੱਚੇ ਨੂੰ ਥਾਣੇ ਦੇ ਇੱਕ ਸਿਪਾਹੀ ਦੀ ਸ਼ਨਾਖਤ ਤੇ ਉਹਨੂੰ ਫੜ ਲਿਆ ਤੇ ਫਿਰ ਉਹਨੂੰ ਕਾਊਂਟਰ ਕਰਤਾ। ਉਹਨਾਂ ਨੇ ਸਿਪਾਹੀ ਦਾ ਨਾਮ ਲੈ ਕੇ ਤੇ ਹਾਈ ਕੋਰਟ ਦਿੱਤਾ, ਹਾਈ ਕੋਰਟ ਨੇ ਉਹਨੂੰ ਸੀਬੀਆਈ ਨੂੰ ਦਿੱਤਾ, ਸੀਬੀਆਈ ਨੇ ਉਹਨੂੰ ਕੱਢ ਦਿੱਤਾ ਕਿ ਇਹਨਾਂ ਨੇ ਬੱਚਾ ਮਾਰਤਾ ਜੀ। ਉਹਨਾਂ ਨੂੰ ਉਮਰ ਕੈਦ ਹੋਈ। ਹਾਂਜੀ, ਸੰਗਰੂਰ ਜੇਲ੍ਹ ਚੋਂ 4 ਬੰਦੇ ਛੁੱਟੇ ਯੂਪੀ ਦੇ, ਤੇ ਕਲਮ ਚੱਲੀ ਡਿਪਟੀ ਸੀਐਮ ਸੁਖਵੀਰ ਬਾਦਲ ਦੀ, ਹੋਮ ਮਿਨਿਸਟਰ ਸੁਖਵੀਰ ਬਾਦਲ ਦੀ। ਰეკਮੈਂਡੇਸ਼ਨ ਇਹਨਾਂ ਦੀ ਕਿ ਇਹਨਾਂ ਨੂੰ ਦੇਸ਼ ਦੇ ਵਡੇਰੇ ਹਿੱਤਾਂ ਲਈ ਛੱਡ ਦਿੱਤਾ ਜਾਵੇ ਜੀ ਜੀ। ਉਹ ਛੁਡਾ ਸਕਦੇ ਨੇ ਤੇ ਇਹਨਾਂ ਲਈ ਕਿਉਂ ਨਹੀਂ? ਹਾਂ, ਬਿਲਕੁਲ ਇਹੀ ਸਵਾਲ ਹੈ ਮੇਰਾ ਕਿ ਸਿੱਖਾਂ ਦੇ ਸਿੱਖ ਪਹਿਰਾਵਾ ਹੈ, ਸਿੱਖ ਲੀਡਰ ਨੇ, ਫਿਰ ਵੀ ਕੀ ਨੀਅਤ ਜਿਹੜੀ ਆ ਲਗਾਤਾਰ ਇਹਨਾਂ ਦੀ ਉਦੋਂ ਤੱਕ ਜਦੋਂ ਇਹਨਾਂ ਦੇ ਪੱਲੇ ਫੱਕਾ ਨਹੀਂ ਰਿਹਾ, ਉਦੋਂ ਤੱਕ ਅੱਜ ਹੁਣ ਉਹਨਾਂ ਦੇ ਕੋਲ ਕੁਝ ਦੱਸਣ ਨੂੰ, ਕੁਝ ਬੋਲਣ ਨੂੰ ਕੋਈ ਸਪੋਰਟ ਨਹੀਂ ਰਹੀ, ਨਾ ਭਾਜਪਾ ਦੀ, ਨਾ ਰਾਮ ਰਹੀਮ ਦੀ, ਨਾ ਕਿਸੇ ਹੋਰ ਅਦਾਰੇ ਦੀ। ਅੱਜ ਉਹ ਦੁਬਾਰਾ ਪੰਥਕ ਬਣਨ ਲਈ ਸਾਨੂੰ ਬੇਵਕੂਫ ਬਣਾ ਰਹੇ ਨੇ। ਪਰ ਉਹੀ ਸਵਾਲ ਹੈ ਕਿ ਅੰਦਰੋਂ ਪੰਥਕ ਹੈ ਕਿਉਂ ਨਹੀਂ ਗਏ? ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾ ਹੈ ਇਸ ਕਰਕੇ ਨਹੀਂ ਕਿ ਵਪਾਰੀ ਨੇ, ਸਵਾਰਥੀ ਨੇ। ਅੱਜ ਵੀ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿਣਾ ਕਿ ਇਹ ਵਪਾਰੀ ਪੁੱਤਰ, ਜਿਹਨਾਂ ਵਪਾਰੀ ਪੁੱਤਰਾਂ ਦਾ ਸਮਝੌਤਾ ਹੋਇਆ ਨਾ ਜਿਹੜਾ ਇਕੱਠ ਹੋਣ ਦਾ, ਖਾਸ ਕਰਕੇ ਸਰਨੇ ਦਾ ਤੇ ਸੁਖਵੀਰ ਦਾ ਜੀ, ਇਹ ਬੜਾ ਖਤਰਨਾਕ ਸਾਬਤ ਹੋਊਗਾ ਸਾਡੇ ਲਈ। ਅੱਛਾ, ਮੈਨੂੰ ਇਹ ਡਰ ਆ ਕਿ ਇਹਨਾਂ ਨੇ ਇਹ ਰਿਹਾਈਆਂ ਦਾ ਤੇ ਇਹਨਾਂ ਨੇ ਪਤਾ ਨਹੀਂ ਕੀ ਕਰਵਾ ਪਾਉਣਾ ਜਾਂ ਨਹੀਂ ਹੋਣਾ।
ਪਰ ਇਹ ਸਾਡੀ ਕੌਮ ਦਾ ਬਹੁਤ ਵੱਡਾ ਨੁਕਸਾਨ ਕਰਨਗੇ। ਇਹ ਜਿਹੜਾ ਅੱਜ ਮੈਂ ਜੇਲ੍ਹ ਕੱਟੀ ਆ, ਮੈਨੂੰ ਪਤਾ ਇੱਕ ਦਿਨ ਕੱਟਣਾ ਉੱਥੇ ਔਖਾ ਹੁੰਦਾ ਜੀ ਜੀ। ਤੇ ਜਦੋਂ ਕਿਸੇ ਕੈਦੀ ਨੂੰ ਪਤਾ ਲੱਗ ਜੇ ਵੀ ਅਸੀਂ ਛੁੱਟ ਰਹੇ ਸੀ, ਇਹਨਾਂ ਦੀ ਮਿਹਰਬਾਨੀ ਨਾਲ ਫੇਰ ਅੰਦਰ ਬੈਠੇ ਆ। ਔਰ ਇਹ ਪਿਛਲੀ ਦਫਾ ਹੋਇਆ, ਇਹ ਜਦੋਂ ਬੜੀ ਪੀਕ ਤੇ ਸੀਗੀ ਇਹ ਮੁਹਿੰਮ ਜਿਹੜੀ ਆ ਬਰਗਾੜੀ ਦੀ, ਉਦੋਂ ਇਹਨਾਂ ਕੈਦੀਆਂ ਨਾਲ ਮਜ਼ਾਕ ਹੋਇਆ। ਤੇ ਸਿੰਘ ਸਾਹਿਬ ਫਿਰ ਅਸਲ ਮਕਸਦ ਹੈ ਜਿਹੜਾ ਇਹ ਤੁਸੀਂ ਕਹਿ ਰਹੇ ਹੋ, ਜੇ ਤੁਹਾਡੇ ਇਲਜ਼ਾਮ ਸਹੀ ਨੇ ਤਾਂ ਇਹਨਾਂ ਨੂੰ ਸਿਆਸੀ ਤੌਰ ਤੇ ਕੀ ਫਾਇਦਾ ਹੋਊਗਾ? ਇਹ ਸਾਰੇ ਇਹਨਾਂ ਨੂੰ ਸਿਆਸੀ ਤੌਰ ਤੇ ਇਹ ਹੋਵੇ ਵੀ ਸਾਡੇ ਵਰਗੇ ਜਦੋਂ ਅੱਗੇ ਬਹਿ ਗਏ ਤੇ ਕੌਮ ਕਹੂਗੀ ਹੁਣ ਇਹ ਬਹਿ ਗਿਆ ਤੇ ਲੀਡਰ ਇਹੋ ਹੀ ਨੇ। ਜਦੋਂ ਅਸੀਂ ਲੀਡਰ ਮੰਨ ਲਿਆ ਦੁਬਾਰਾ ਉਹਨੂੰ, ਤੇ ਫਿਰ ਕੌਮ ਤੇ ਆਪੇ ਮੰਨੂਗੀ। ਅੱਜ ਜਿਹੜੀ ਮੀਟਿੰਗ ਦੀ ਕਾਰਵਾਈ ਹੋਈ, ਪਹਿਲੀ ਮੀਟਿੰਗ ਹੋਈ ਹੈ, ਉਹਦੇ ਵਿੱਚ ਹੈ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਦਾ ਸਾਰਾ ਜਿਹੜਾ ਜਾਣਕਾਰੀ ਹੈ ਉਹ ਹਾਸਲ ਕੀਤੀ ਜਾਵੇ, ਕਿਹੜੀ ਜੇਲ੍ਹ 'ਚ ਨੇ, ਕਿੰਨੇ ਨੇ, ਕੀ ਕੇਸ ਨੇ। ਤੇ ਇਹ ਵੀ ਚਰਚਾ ਹੋ ਰਹੀ ਹੈ ਕਿ ਗੋਂਗਲੂਆਂ ਤੋਂ ਮਿੱਟੀ ਝਾੜੀ ਹੈ। ਤੁਸੀਂ ਕਿਵੇਂ ਮੰਨਦੇ ਹੋ ਇਸ ਕਾਰਵਾਈ ਨੂੰ? ਤੁਸੀਂ ਇੱਥੋਂ ਹੀ ਉਹਨਾਂ ਦੀ ਗੰਭੀਰਤਾ ਦਾ ਪਤਾ ਲਾ ਲਓ ਕਿ ਜਿਨ੍ਹਾਂ ਨੂੰ 28 ਸਾਲ 'ਚ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਬੱਚੇ ਦੇ ਕੇਸ ਕਿਹੜਾ ਬਣਿਆ, ਉੱਤੇ ਦਫਾ ਕਿਹੜੀ ਲੱਗੀ, ਉਹ ਕਿਹੜੀ ਜੇਲ੍ਹ 'ਚ ਆ, ਕਿੰਨੇ ਸਾਲ ਤੋਂ ਆ, ਉਹ ਹੁਣ ਅੱਜ ਸਾਡਾ ਕੀ ਕਰਨਗੇ ਬਾਇਓਡਾਟਾ ਲੈ ਕੇ ਜੀ। ਇਹ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਉਹ ਆਪਣੇ ਬੱਚਿਆਂ ਦੀ ਸੰਭਾਲ ਕਰੇ, ਉਹਨਾਂ ਦੀ ਮੁਲਾਕਾਤ ਕਰੇ। ਨਹੀਂ ਛੁੱਟਦੇ ਵੱਖਰੀ ਗੱਲ ਹੈ, ਲੇਕਿਨ ਉਹਨਾਂ ਦੀ ਪੈਰਵਾਈ ਤੇ ਕਰੇ। ਕੋਈ ਵਕੀਲ ਕੀਤੇ ਇਹਨਾਂ ਨੇ ਅਜੇ ਤੱਕ ਉਹਦੀ ਜੀ। ਸਾਨੂੰ ਜਦੋਂ ਜਿੰਦਾ ਸੁੱਖਾ ਨੂੰ ਫਾਂਸੀ ਦਿੱਤੀ ਗਈ ਆ ਤੇ ਉਦੋਂ ਸਾਡੇ ਲੀਡਰਸ਼ਿਪ ਜਿਹੜੀ ਆ ਉਹ ਚਲੇਗੀ ਸੁਪਰੀਮ ਕੋਰਟ ਜੀ ਇਹਨਾਂ ਨੂੰ ਨਾ ਫਾਂਸੀ ਦਿੱਤੀ ਜਾਵੇ। ਉਹ ਜਸਟਿਸ ਅਹਿਮਦੀ ਨੇ ਇਹਨਾਂ ਨੂੰ ਝਾੜਿਆ ਕਿ ਉਹ ਬੱਚੇ ਜਦੋਂ ਉਹ ਇਕਬਾਲ ਕਰ ਰਹੇ ਸੀ, ਤੁਸੀਂ ਉਹਨਾਂ ਨੂੰ ਵਕੀਲ ਦਿੱਤਾ ਜਿਹੜਾ ਉਹਨਾਂ ਨੂੰ ਜਾ ਕੇ ਸਮਝਾਉਂਦਾ ਵੀ ਤੁਸੀਂ ਇਹ ਜਿਹੜਾ ਇਕਬਾਲ ਕਰ ਰਹੇ ਹੋ, ਤੁਹਾਡੇ ਖਿਲਾਫ ਹਥਿਆਰ ਹੋਊਗਾ, ਤੁਹਾਡੇ ਖਿਲਾਫ ਇਹ ਵਿਟਨੈਸ ਹੋਊਗੀ, ਤੁਸੀਂ ਮੁੱਕਰ ਨਹੀਂ ਸਕਦੇ ਜੀ। ਫਿਰ ਜਦੋਂ ਅਦਾਲਤ ਵਿੱਚ ਆਇਆ ਕੇਸ, ਚਾਰਜ ਫਰੇਮ ਲੱਗਾ, ਤੁਸੀਂ ਵਕੀਲ ਕਰਕੇ ਦਿੱਤਾ ਉਹਨਾਂ ਨੂੰ ਜੀ, ਜਿਹੜਾ ਉਹਨੂੰ ਸਮਝਾਵੇ ਵੀ ਏਦਾਂ ਕਰਾਓਗੇ ਤੇ ਤੁਹਾਡਾ ਨੁਕਸਾਨ ਹੈ। ਤੁਸੀਂ ਅੱਜ ਮਗਰਮੱਛ ਦੇ ਆਂਸੂ ਲੈ ਕੇ ਆ ਗਏ ਹੋ ਜਦੋਂ ਆਖਰੀ ਪੜਾਅ ਤੇ ਗੱਲ ਆ ਗਈ ਜੀ, ਤੇ ਇਹ ਸ਼ਰਮਿੰਦੇ ਹੋ ਕੇ ਆਏ ਹੋ। ਤੇ ਸਿੰਘ ਸਾਹਿਬ ਤੁਹਾਨੂੰ ਚਿੱਠੀ ਆਈ ਸੀ ਜਦੋਂ ਪੰਥਕ ਇਕੱਠ ਲਈ ਇਹਨਾਂ ਨੇ ਜਥੇਬੰਦੀਆਂ ਨੂੰ ਚਿੱਠੀਆਂ ਭੇਜੀਆਂ ਨੇ, ਤੁਹਾਨੂੰ ਕੋਈ ਐਸਜੀਪੀਸੀ ਵੱਲੋਂ ਚਿੱਠੀ ਆਈ? ਦੇਖੋ ਜੀ, ਮੈਂ ਇਹਨਾਂ ਨੂੰ ਆਪਣਾ ਪੰਥ ਨਹੀਂ ਸਮਝਦਾ, ਹੋ ਸਕਦਾ ਇਹਨਾਂ ਨੇ ਮੈਨੂੰ ਪੰਥਕ ਨਾ ਸਮਝਿਆ। ਮੇਰੇ ਕੋਲ ਕੋਈ ਚਿੱਠੀ ਨਹੀਂ ਆਈ। ਤੁਹਾਨੂੰ ਬੁਲਾਣਾ ਨਹੀਂ ਚਾਹਿਆ? ਜੇ ਆਉਂਦੀ ਤਾਂ ਮੈਂ ਜਾਣਾ ਨਹੀਂ ਸੀ। ਠੀਕ ਹੈ। ਆਖਰੀ ਸਵਾਲ ਪੁੱਛੂੰਗੀ ਸਿੰਘ ਸਾਹਿਬ, ਉਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਤੇ। ਤੁਸੀਂ ਕਹਿੰਦੇ ਹੋ ਕਿ ਇਹ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ, ਜੋ ਵੀ ਇਹ ਕਮੇਟੀ ਬਣੀ ਹੈ ਜਾਂ ਇਕੱਠ ਕੀਤਾ ਗਿਆ ਹੈ। ਤੁਸੀਂ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਕੀ ਸਹੀ ਰਾਹ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ? ਸੰਗਤ ਕੁਝ ਕਰ ਸਕਦੀ ਹੈ? ਦੇਖੋ, ਇੱਕ ਤਾਂ ਰਸਤਾ ਅਦਾਲਤ ਆ, ਜਿਹੜੀ ਅਦਾਲਤ ਦੇ ਵਿੱਚ ਕੇਸ ਕੰਪਲੀਟ ਹੋ ਚੁੱਕੇ ਆ ਜਾਂ ਵਕੀਲ ਕਹਿ ਸਕਦਾ ਵੀ ਸਜ਼ਾ ਪੂਰੀ ਹੋ ਗਈ ਤੇ ਸਭ ਛੱਡਿਆ ਜਾਵੇ, ਉਹਦਾ ਜਵਾਬ ਦਿੱਤਾ ਜਾਵੇ। ਤੇ ਇੱਕ ਹੈਗਾ ਕਿ ਸਾਡੇ ਕੋਲ ਜਿਹੜਾ ਪਲੇਟਫਾਰਮ ਹੋਵੇ ਉਹ ਇੰਨਾ ਸ਼ਕਤੀਸ਼ਾਲੀ ਹੋਵੇ ਕਿ ਦਿੱਲੀ ਉਹਦੀ ਗੱਲ ਸੁਣਨ ਨੂੰ ਤਿਆਰ ਹੋਵੇ। ਉਹ ਜਦੋਂ ਸਾਡੇ ਕੋਲ ਸੀਗਾ, ਸੈਂਟਰ ਸਰਕਾਰ ਸੀਗੀ, ਉਹਦੇ 'ਚ ਭਾਈਵਾਲੀ ਸੀਗੀ, ਕਮੇਟੀ ਕੋਲ ਸੀ, ਸਰਕਾਰ ਕੋਲ ਸੀ, ਉਦੋਂ ਅਸੀਂ ਇਹਨਾਂ ਸਿੱਖਾਂ ਦੇ ਵਿਰੁੱਧ ਪਲਾਨਿੰਗਾਂ ਬਣਾਉਂਦੇ ਰਹੇ ਤੇ ਇਹਨਾਂ ਦੇ ਦੁਸ਼ਮਣਾਂ ਨੂੰ ਅਸੀਂ ਪਾਲਦੇ ਰਹੇ। ਜਿਹੜੇ ਸਿੱਖਾਂ ਨੂੰ ਫੜਨ ਵਾਲੇ ਨੇ, ਫੜ ਕੇ ਮੁਕਾਬਲੇ ਬਣਾਉਣ ਵਾਲੇ ਨੇ, ਉਹਨਾਂ ਨੂੰ ਤੇ ਬਾਦਲ ਨੇ ਛੁਡਵਾਇਆ। ਤੇ ਮੈਂ ਜਗਜਾਰ ਗੱਲ ਕਰ ਰਿਹਾ ਪਿੰਕੀ ਦੀ, ਜਿਹੜਾ ਪਿੰਕੀ ਕੈਟ ਕਹਿੰਦੇ ਜਿਹਨੂੰ, ਜੀ ਜੀ, ਉਹਨੂੰ ਉਮਰ ਕੈਦ ਹੋਈ ਤੇ ਉਹਨੂੰ ਬਾਦਲ ਦੱਸੇ ਕਿ ਇਹਨੇ ਕਿਉਂ ਛੱਡਿਆ ਜੀ, ਸਾਨੂੰ ਇਹ ਜਵਾਬ ਦੇ ਦੇਵੇ। ਇੱਕ ਜਿਹੜੇ ਇਹਦੇ 4 ਮੁਲਾਜ਼ਮ ਯੂਪੀ ਦੇ ਪੁਲਿਸ ਮੁਲਾਜ਼ਮ ਛੱਡੇ ਨੇ, ਇਹਦੇ ਨੇ ਰਿਕਮੈਂਡ ਕੀਤਾ ਸੁਖਬੀਰ ਨੇ, ਉਹ ਦੱਸੇ ਨੇ ਕਿਉਂ ਛੱਡੇ ਨੇ ਜੀ। ਤੇ ਜੇ ਸਿੱਖ ਕਿਸੇ ਦਾ ਭਲਾ ਕੀਤਾ ਤੇ ਉਹਦੇ ਵੱਲ ਉਂਗਲ ਕਰਕੇ ਦੱਸੇ ਮੈਂ ਇਹਦਾ ਭਲਾ ਕੀਤਾ। ਤੇ ਜੇ ਇਹ ਕੁਛ ਨਹੀਂ ਕੀਤਾ, ਜਵਾਬ ਨਹੀਂ ਦੇ ਪਾਉਂਦਾ, ਤੇ ਫਿਰ ਅੱਜ ਦੱਸੇ ਤੇ ਅਸੀਂ ਯਕੀਨ ਕਿਵੇਂ ਕਰੀਏ ਜੀ। ਜੈ ਸਿੰਘ ਸਾਹਿਬ, ਸਾਰੇ ਪਛਤਾਪ ਤੋਂ ਜਿਹੜੇ ਤੁਹਾਨੂੰ ਲੱਗਦਾ ਗਲਤੀਆਂ ਹੋਈਆਂ ਨੇ, ਜੇ ਬਾਦਲ ਪਰਿਵਾਰ ਅੱਜ ਝੁੱਕ ਕੇ ਪੰਥ ਦੇ ਮੂਹਰੇ ਝੋਲੀ ਅੱਡ ਕੇ ਖੜਾ ਹੋ ਜਾਵੇ ਕਿ ਸਾਡੇ ਤੋਂ ਇਹ ਗਲਤੀਆਂ ਹੋ ਗਈਆਂ, ਫਿਰ ਮਾਫੀ ਮਿਲ ਸਕਦੀ ਹੈ? ਇੱਕ ਜਦੋਂ ਤੁਸੀਂ ਚੋਰ ਕਹਦੇ ਅਦਾਲਤ ਦੇ ਵਿੱਚ ਕਿ ਮੈਂ ਚੋਰੀ ਕੀਤੀ ਹੈ, ਉਹਨੂੰ ਉਹਦੇ ਗੱਲ 'ਚ ਹਾਰ ਨਹੀਂ ਪਾਉਂਦਾ ਜੱਜ, ਉਹਨੂੰ ਉਹਦੀ ਬਣਦੀ ਸਜ਼ਾ ਦਿੰਦਾ। ਇਹ ਹੋ ਸਕਦਾ ਕਿ ਸਾਲ ਦੀ ਸਜ਼ਾ ਹੋਵੇ ਤੇ ਉਹ ਕਹੇ ਵੀ ਤੂੰ 9 ਮਹੀਨੇ ਕੱਟ ਲੈ, ਤੂੰ ਜਾ ਜੀ, ਇਹ ਤੇ ਹੋ ਸਕਦਾ। ਲੇਕਿਨ ਇਹ ਨਹੀਂ ਹੋ ਸਕਦਾ ਵੀ ਨਹੀਂ ਤੂੰ ਬਹੁਤ ਸੱਚਾ ਪੁੱਤਰ ਆ ਤੇ ਧਰਮ ਪੁੱਤਰ ਆ ਤੇ ਜਾ ਤੈਨੂੰ ਮਾਫੀ, ਇਹ ਨਹੀਂ ਹੋ ਸਕਦਾ। ਯਾਨੀ ਕਿ ਤੁਸੀਂ ਨਹੀਂ ਅਗਵਾਈ, ਸਾਡੀ ਰਵਾਇਤ ਇਹ ਆ, ਸਾਡੀ ਪਰੰਪਰਾ ਆ, ਸਾਡਾ ਸਿਧਾਂਤ ਇਹ ਆ, ਅਸੀਂ ਕੋਈ ਗੁਨਾਹ ਕਰਦੇ ਆ, ਕਿਸੇ ਨੂੰ ਨਹੀਂ ਪਤਾ, ਕਿਸੇ ਸਿੱਖ ਨੇ ਸਾਡੇ ਤੇ ਰੋਪ ਨਹੀਂ ਲਾਇਆ, ਸਾਡੀ ਆਤਮਾ ਜਿਹੜੀ ਆ ਉਹ ਸਾਨੂੰ ਦੱਸ ਰਹੀ ਹੈ ਵੀ ਤੂੰ ਗੁਨਾਹ ਕਰ ਰਿਹਾ, ਤੇ ਅਸੀਂ 5 ਸਿੰਘਾਂ ਅੱਗੇ ਪੇਸ਼ ਹੋ ਕੇ ਕਹਿੰਦੇ ਆ ਕਿ ਸਾਡੇ ਤੋਂ ਇਹ ਗੁਨਾਹ ਹੋ ਗਿਆ, ਗੁਰੂ ਰੂਪ ਹੋ ਕੇ ਸਾਨੂੰ ਸਜ਼ਾ ਦਿਓ ਜੀ। ਉਹ ਫਿਰ ਸਾਨੂੰ ਤਨਖਾਹੀਆ ਕਰਾਰ ਦੇ ਦਿੰਦੇ ਨੇ।
ਅਸੀਂ ਕਹਿੰਦੇ ਸਜ਼ਾ ਦਿਓ, ਅਸੀਂ ਭੁਗਤਾਂਗੇ। ਉਹ ਫਿਰ ਸਾਨੂੰ ਸਜ਼ਾ ਲਾਉਂਦੇ ਨੇ, ਅਸੀਂ ਸਜ਼ਾ ਭੁਗਤ ਕੇ ਤੇ ਕੜਾਹ ਪ੍ਰਸ਼ਾਦ ਦੀ ਦੇ ਕਰਾਉਣੇ ਤੇ ਉਹ ਸਾਡੀ ਅਰਦਾਸ ਕਰਦੇ ਆ ਕਿ ਗੁਰੂ ਮਹਾਰਾਜ ਅੱਗੇ ਬੌੜੀ ਪਰ ਸਜ਼ਾ ਜ਼ਰੂਰ ਦਿੰਦੇ ਆ। ਜੀ ਜੀ, ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਜਥੇਦਾਰ ਭਾਈ ਰਣਜੀਤ ਸਿੰਘ ਜੀ ਦਾ ਕਹਿਣਾ ਹੈ ਕਿ ਪੰਥਕ ਮੁੱਦੇ ਸਾਰੇ ਤਾਂ ਹੀ ਹੱਲ ਹੋ ਸਕਦੇ ਨੇ ਜੇ ਪੰਥ ਦੇ ਵਿੱਚੋਂ ਬਾਦਲ ਪਰਿਵਾਰ ਬਾਹਰ ਹੋਏਗਾ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਖਾਸ ਰਿਪੋਰਟ।